ਸਭ ਤੋਂ ਪਹਿਲੇ ਤਾਂ ਮੈਂ ਬਹੁਤ ਜੀ ਆਇਆਂ ਨੂੰ ਆਖਦਾ ਹਾਂ ਕਿ ਤੁਸੀਂ ਸਾਰੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ। ਮੈਂ ਅਮਨਦੀਪ ਹਸਪਤਾਲ ਤੋਂ ਡਾਕਟਰ ਪਰਮਪ੍ਰੀਤ ਸਿੰਘ, ਆਰਥੋਪੈਡਿਕ ਸਰਜਨ ਅਤੇ ਪੇਨ ਮੈਨੇਜਮੈਂਟ ਸਪੈਸ਼ਲਿਸਟ। ਸੋ ਸਾਨੂੰ ਇਹ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਮਨਦੀਪ ਗਰੁੱਪ ਆਫ ਹਸਪਤਾਲਸ ਨੇ ਐਲੀਵੇਟ ਪੇਨ ਕਲੀਨਿਕਸ ਬੈਂਗਲੌਰ ਤੋਂ ਅਸੀਂ ਦੋਨਾਂ ਨੇ ਆਪਸ ਦੇ ਵਿੱਚ ਕੋਲੈਬੋਰੇਸ਼ਨ ਕੀਤਾ ਹੈ, ਜਿਸ ਦੇ ਨਾਲ ਕਿ ਇੱਥੇ ਅੰਮ੍ਰਿਤਸਰ ਅਸੀਂ ਪੇਨ ਕਲੀਨਿਕ ਦੀ ਸਥਾਪਨਾ ਕੀਤੀ ਹੈ, ਜਿਸ ਦੇ ਵਿੱਚ ਜਿਹੜੇ ਮਰੀਜ਼ ਬਹੁਤ ਲੰਮੇ ਸਮੇਂ ਤੋਂ ਜੋੜਾਂ ਦੇ ਦਰਦ, ਕਮਰ ਦੇ ਦਰਦ, ਕੈਂਸਰ ਪੀੜਤ, ਕੈਂਸਰ ਦੇ ਦਰਦ, ਇਹਨਾਂ ਸਾਰੀਆਂ ਮੁਸ਼ਕਲਾਂ ਨਾਲ ਜੂਝ ਰਹੇ ਹਨ, ਉਹਨਾਂ ਦਾ ਸਭ ਦਾ ਇਲਾਜ ਕਰਾਂਗੇ। ਇਹ ਸਾਰੇ ਇਲਾਜ ਬਿਨਾਂ ਆਪਰੇਸ਼ਨ ਤੋਂ ਕੀਤੇ ਜਾਣਗੇ। ਇਸ ਦੇ ਵਿੱਚ ਕੋਈ ਵੀ ਆਪਰੇਸ਼ਨ ਨਹੀਂ ਕੀਤਾ ਜਾਂਦਾ ਹੈ। ਮਰੀਜ਼ ਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਪੈਂਦੀ ਹੈ। ਉਹ ਘੰਟੇ ਤੋਂ 2 ਘੰਟੇ ਦੇ ਵਿੱਚ ਆਪਣਾ ਇਲਾਜ ਕਰਵਾ ਕੇ ਦੁਬਾਰਾ ਆਪਣੇ ਘਰ ਉਸੇ ਦਿਨ ਜਾ ਸਕਦਾ ਹੈ ਅਤੇ ਨਾਲ ਹੀ ਆਪਣੇ ਰੋਜ਼ਮर्रा ਦੇ ਕੰਮ ਵੀ ਕਰ ਸਕਦਾ ਹੈ। ਦੂਸਰੀ ਗੱਲ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਜਿੰਨੀਆਂ ਸਾਡੇ ਕੋਲ ਇਲਾਜ ਦੀਆਂ ਵਿਧੀਆਂ ਹਨ, ਇਹਨਾਂ ਸਾਰਿਆਂ ਦਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ, ਇਸ ਦੇ ਵਿੱਚ ਕਿਸੇ ਚੀਰ-ਫਾੜ ਨਹੀਂ ਕੀਤੀ ਜਾਂਦੀ। ਕੋਈ ਮਰੀਜ਼ ਨੂੰ ਚਮੜੀ 'ਤੇ ਕੱਟ ਨਹੀਂ ਲਗਾਇਆ ਜਾਂਦਾ। ਬਹੁਤ ਹੀ ਬਰੀਕ ਸੂਈਆਂ ਦੇ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਅਤੇ ਇਹਨਾਂ ਵਿਧੀਆਂ ਦੇ ਵਿੱਚੋਂ ਇੱਕ ਵਿਧੀ ਨੂੰ ਅਸੀਂ PRP ਆਖਦੇ ਹਾਂ, ਜਿਸ ਦਾ ਮਤਲਬ ਹੈ ਪਲੇਟਲੈਟ ਰਿਚ ਪਲਾਜ਼ਮਾ, ਜਿਸ ਵਿੱਚ ਅਸੀਂ ਮਰੀਜ਼ਾਂ ਦੇ ਥੋੜ੍ਹਾ ਜਿਹਾ ਖੂਨ ਲੈ ਕੇ ਉਸ ਵਿੱਚੋਂ ਗਰੋਥ ਅਤੇ ਰਿਪੇਅਰ ਵਾਲੇ ਸੈੱਲ ਵੱਖਰੇ ਕੱਢ ਲੈਂਦੇ ਹਾਂ, ਜਿਸ ਨੂੰ ਕਿ ਮਰੀਜ਼ ਦੇ ਡੈਮੇਜ ਪਾਰਟ 'ਤੇ, ਜਿਸ ਤਰ੍ਹਾਂ ਕਿ ਜੇਕਰ ਕਿਸੇ ਦਾ ਜੋੜ ਖਰਾਬ ਹੈ, ਗੋਡਾ ਖਰਾਬ ਹੈ, ਉਸ ਦੀ ਡੈਮੇਜ ਹੋਈ ਹੈ, ਉਸ 'ਚ ਗਰੀਸ ਘੱਟ ਹੈ, ਉਸ ਦੇ ਵਿੱਚ ਇੰਜੈਕਟ ਕਰਦੇ ਹਾਂ ਅਤੇ ਉਸ ਨਾਲ ਹੀ ਜਿਹੜੀ ਨੈਚੁਰਲ ਹੀਲਿੰਗ ਹੈ ਉਹ ਹੋ ਜਾਂਦੀ ਹੈ। ਸੋ ਇਹ ਸਾਰੇ ਪ੍ਰੋਸੀਜਰ ਜਿਹੜੇ ਨੇ ਮਿਨੀਮਲੀ ਇਨਵੇਜ਼ਿਵ ਨੇ। ਕਹਿਣ ਦਾ ਭਾਵ ਇਹ ਹੈ ਕਿ ਇਸ ਦੇ ਵਿੱਚ ਕੋਈ ਦਰਦ ਨਹੀਂ ਹੁੰਦੀ, ਕੋਈ ਚੀਰਾ ਨਹੀਂ ਦਿੱਤਾ ਜਾਂਦਾ ਅਤੇ ਦਰਦ ਰਹਿਤ ਹੋਣ ਦੇ ਨਾਲ ਨਾਲ ਹੀ ਇਹ ਬਹੁਤ ਸਫਲ ਵੀ ਹਨ। ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ, ਕਿਉਂਕਿ ਜੇਕਰ ਅਸੀਂ ਮਰੀਜ਼ ਦੇ ਖੂਨ ਲੈ ਰਹੇ ਹਾਂ, ਉਸ ਦੇ ਵਿੱਚੋਂ ਸੈਂਪਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਹ ਉਸੇ ਮਰੀਜ਼ ਦੇ ਵਿੱਚ ਹੀ ਦੁਬਾਰਾ ਲੱਗ ਰਿਹਾ ਹੈ। ਸੋ ਇਹ 100% ਸੇਫ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਜੇਕਰ ਪੈਸੇ ਦੀ ਗੱਲ ਕੀਤੀ ਜਾਵੇ ਕਿ ਇਲਾਜ ਇਹ ਕਿੰਨੇ ਕੁ ਮਹਿੰਗੇ ਹਨ, ਅਤੇ ਮੈਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਆਪਰੇਸ਼ਨ ਦੇ ਮੁਕਾਬਲੇ ਉਸ ਦਾ 10ਵਾਂ ਹਿੱਸਾ ਇਹਨਾਂ ਇਲਾਜਾਂ ਦੀਆਂ ਵਿਧੀਆਂ 'ਤੇ ਲੱਗਦਾ ਹੈ। ਸੋ ਮਰੀਜ਼ ਆਪਣਾ ਬਹੁਤ ਸਾਰਾ ਜਿਹੜਾ ਕਿ ਹੈ ਧਨ ਦੀ ਵੀ ਬਚਤ ਕਰ ਸਕਦਾ ਹੈ ਅਤੇ ਨਾਲ ਦੀ ਨਾਲ ਜੇਕਰ ਉਸ ਮਰੀਜ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੋੜ ਬਦਲਾਉਣ ਦੇ ਆਪਰੇਸ਼ਨ ਦੀ ਜ਼ਰੂਰਤ ਪੈਣੀ ਸੀ, ਇਹਨਾਂ ਇਲਾਜ ਦੇ ਰਸਤਿਆਂ ਨਾਲ ਉਹ ਜਿਹੜਾ ਆਉਣ ਵਾਲੇ ਸਮੇਂ 'ਤੇ ਉਸ ਦਾ ਆਪਰੇਸ਼ਨ ਹੋਣਾ ਸੀ, ਉਸ ਨੂੰ ਡਿਲੇ ਕਰ ਸਕਦਾ ਹੈ, ਉਸ ਦੇ ਵਿੱਚ ਲੰਮਾ ਗੈਪ ਪਾ ਸਕਦਾ ਹੈ ਅਤੇ ਦਰਦ ਰਹਿਤ ਵਧੀਆ ਜ਼ਿੰਦਗੀ ਜੀ ਸਕਦਾ ਹੈ। ਸਰ, ਤੁਸੀਂ ਦੱਸ ਰਹੇ ਹੋ ਆਪਰੇਸ਼ਨ ਤੋਂ ਬਗੈਰ ਜਿਹੜੇ ਹੈਗੇ ਇਲਾਜ ਕੀਤਾ ਜਾਏਗਾ ਕਿ ਜਿਹੜੀ ਇਲਾਜ ਇਸ ਤਰ੍ਹਾਂ ਹੁੰਦਾ ਹੈ ਕਿ ਜੇਕਰ ਅਸੀਂ ਹਰ ਮਰੀਜ਼ ਨੂੰ ਜੇਕਰ ਆਪਰੇਸ਼ਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਸੇ ਡਾਕਟਰ ਵੱਲੋਂ, ਕਿਸੇ ਕਾਰਨ ਕਰਕੇ ਉਹ ਸਭ ਮਰੀਜ਼ਾਂ ਦਾ ਇਲਾਜ ਹੋਣਾ ਅਸੰਭਵ ਹੈ। ਕਾਰਨ ਤੁਸੀਂ ਲੈ ਲਓ ਕਿ ਕਈ ਮਰੀਜ਼ ਮੈਡੀਕਲੀ ਅਨਫਿਟ ਹੋ ਜਾਂਦੇ ਹਨ, ਕਿ ਉਹ ਮੈਡੀਕਲ ਤੌਰ 'ਤੇ ਫਿੱਟ ਨਹੀਂ ਹੁੰਦੇ ਕਿ ਉਹਨਾਂ ਦਾ ਆਪਰੇਸ਼ਨ ਕੀਤਾ ਜਾ ਸਕੇ। ਕਈ ਮਰੀਜ਼ਾਂ ਦੇ ਕੋਲ ਇੰਨਾ ਸਰਮਾਇਆ ਨਹੀਂ ਹੁੰਦਾ ਕਿ ਉਹ ਆਪਣਾ ਇਲਾਜ ਕਰਵਾ ਸਕਣ, ਦਰਦ ਤੋਂ ਨਿਜਾਤ ਪਾ ਸਕਣ। ਅਤੇ ਕਈ ਇਸ ਤਰ੍ਹਾਂ ਦੇ ਵੀ ਮਰੀਜ਼ ਹਨ ਜਿਨ੍ਹਾਂ ਦੇ ਪਿੱਛੇ ਕੋਈ ਵਾਲੀ ਵਾਰਸ ਨਹੀਂ ਹੁੰਦਾ, ਘਰ ਪਰਿਵਾਰ 'ਚ ਜੀ ਨਹੀਂ ਹੁੰਦੇ, ਅਤੇ ਉਹ ਚਾਹੁੰਦੇ ਹਨ ਕਿ ਅਸੀਂ ਕੁਝ ਸਮਾਂ ਪਾ ਕੇ, ਮੇਰਾ ਖਿਆਲ ਸਾਲ 1-2 ਜਾਂ ਕੁਝ ਲੰਮਾ ਸਮਾਂ ਪਾ ਕੇ ਆਪਰੇਸ਼ਨ ਕਰਵਾਇਆ ਜਾਏ। ਸੋ ਇਹਨਾਂ ਮਰੀਜ਼ਾਂ ਵਾਸਤੇ ਇਹ ਜਿਹੜੀ ਪੇਨ ਕਲੀਨਿਕ ਹੈ ਇੱਕ ਵਰਦਾਨ ਸਾਬਿਤ ਹੋ ਰਹੀ ਹੈ। ਅਸੀਂ ਉਹਨਾਂ ਸਾਰੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਾਂ ਜਿਹੜੇ ਇਸ ਦੇ ਵਿੱਚ ਹਜੇ ਆਪਰੇਸ਼ਨ ਨਹੀਂ ਕਰਵਾ ਸਕਦੇ ਜਾਂ ਨਹੀਂ ਕਰਵਾਉਣਾ ਚਾਹੁੰਦੇ, ਕਾਰਨ ਕੋਈ ਵੀ ਹੋਵੇ, ਜੇ ਮੈਡੀਕਲ ਕਾਰਨ ਹੋਵੇ ਉਸ ਨਾਲ ਵੀ, ਜੇਕਰ ਉਹਨਾਂ ਦਾ ਕੋਈ ਨਿੱਜੀ ਕਾਰਨ ਹੋਵੇ ਉਸ ਨਾਲ ਵੀ। ਇਹ ਹਸਪੀਟਲ ਇਸ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ। ਸਾਡੇ ਸਮਾਜ ਦੀ ਇੱਕ ਧਾਰਨਾ ਰਹਿੰਦੀ ਹੈ ਕਿ ਆਪਰੇਸ਼ਨ ਜਿੰਨੇ ਤੋਂ ਜਦੋਂ ਤੱਕ ਨਾ ਹੋਵੇ ਉਸ ਨੂੰ ਬਚਿਆ ਜਾਵੇ। ਸੋ ਇਹ ਉਹਨਾਂ ਮਰੀਜ਼ਾਂ ਲਈ ਵਰਦਾਨ ਹੈ ਜਿਨ੍ਹਾਂ ਦੇ ਵਿੱਚ ਕਿ ਬਿਮਾਰੀ ਹਜੇ ਸ਼ੁਰੂਆਤ ਹੀ ਹੋਈ ਹੈ। ਸੋ ਜੇਕਰ ਅਸੀਂ ਕਿਸੇ ਬਿਮਾਰੀ ਨੂੰ ਸ਼ੁਰੂਆਤ ਵਿੱਚ ਹੀ ਰੋਕ ਪਾ ਲੈਂਦੇ ਹਾਂ ਅਤੇ ਉਹ ਉਸ ਦੇ ਅੱਗੇ ਜਾ ਕੇ ਆਪਰੇਸ਼ਨਾਂ ਤੋਂ ਬਚ ਸਕਦੇ ਹਨ, ਆਪਣਾ ਲੰਮਾ ਸਮਾਂ ਕੱਢ ਸਕਦੇ ਹਨ, ਆਪਣਾ ਜਿਹੜੇ ਉਹਨਾਂ ਦੇ ਕੁਦਰਤ ਵੱਲੋਂ ਦਿੱਤੇ ਗਏ ਜੋੜ ਹਨ ਉਹਨਾਂ ਨਾਲ ਹੀ ਲੰਮਾ ਸਮਾਂ ਭੋਗ ਸਕਦੇ ਹਨ। ਆਪਾਂ ਕਹਿ ਸਕਦੇ ਹੈਗੇ ਬਿਲਕੁਲ। ਸਾਨੂੰ ਇਹ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਕਈ ਇਸ ਤਰ੍ਹਾਂ ਦੇ ਮਰੀਜ਼, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਹਾਂ, ਅਸੀਂ ਆਲਰੇਡੀ ਸ਼ੁਰੂਆਤ ਕਰ ਚੁੱਕੇ ਹਾਂ, ਜਿਨ੍ਹਾਂ ਦੇ ਕਿਸੇ ਕਾਰਨ ਕਰਕੇ ਆਪਰੇਸ਼ਨ ਨਹੀਂ ਸੀ ਹੋ ਸਕਦੇ। ਸੋ ਉਹ ਸਾਡੇ ਕੋਲ ਹੁਣ ਦੁਬਾਰਾ ਆ ਕੇ ਆਪਣਾ ਫੀਡਬੈਕ ਦੇ ਰਹੇ ਹਨ ਕਿ ਉਹਨਾਂ ਨੂੰ ਦਰਦ ਤੋਂ ਬਹੁਤ ਵਧੀਆ ਨਿਜਾਤ ਮਿਲ ਚੁੱਕੀ ਹੈ ਅਤੇ ਉਹ ਆਪਣੇ ਘਰ ਪਰਿਵਾਰ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਜ਼ਿੰਦਗੀ ਹੰਢਾ ਰਹੇ ਹਨ ਅਤੇ ਆਪਣੇ ਨਾਲ ਆਲੇ ਦੁਆਲੇ ਵੀ ਦੱਸ ਰਹੇ ਹਨ ਕਿ ਉਹ ਕਿੰਨੇ ਸੁਖਾਲੇ ਹੋ ਗਏ ਹਨ। डॉक्टर स्वागतेश, मैं डायरेक्टर एंड को-फाउंडर ऑफ एलिवेट पेन मैनेजमेंट बैंगलोर। सो बेसिकली फ़र्स्ट ऑफ़ ऑल जो है मैं अमनदीप ग्रुप का काफ़ी शुक्रिया करना चाहूँगा
कि उन्होंने रिकग्नाइज़ किया है इस फील्ड को, क्रॉनिक पेन को, और ये हमें अपॉर्चुनिटी दिया है इस एसोसिएशन के ज़रिए कि हम पंजाब में क्रॉनिक पेन का इलाज का प्रचार करें और लोगों को बताएं कि कितने लोगों को ये रियलाइज़ कराएं कि कितना कॉमन है क्रॉनिक पेन का प्रॉब्लम सोसाइटी में और क्या क्या किया जा सकता है। देखिए, क्रॉनिक पेन की जो प्रॉब्लम है हर घर में है, हर घर में। आप लोग सब सोचिए, हर घर में एक बंदा है या किसी की माँ है, किसी की चाची है, जिसी को घुटने का दर्द है या पीठ का दर्द है, गर्दन का दर्द है, शोल्डर का दर्द है, और सब सर्जरी नहीं करा सकते। 15 से 20% लोग हैं जिनको सर्जरी की ज़रूरत है, बिना सर्जरी के अच्छे नहीं होंगे। बाकी 80% लोग कहाँ जाते हैं, क्या करते हैं? कोई अपने घरेलू नुस्खे यूज़ करते हैं 5-7 साल, फिर कोई ऑल्टरनेटिव ट्रीटमेंट्स यूज़ करते हैं, कुछ डिफरेंट टाइप के तेल लगाते हैं। बट ये सारा जो है, ये कोई स्ट्रक्चर्ड तरीका नहीं हुआ ये पेन को ट्रीट करने का। हम जो करते हैं, हम एक मल्टी डिसिप्लिनरी अप्रोच फॉलो करते हैं। इसका माने क्या है, डॉक्टर एक पेन प्रोसीजर करते हैं, भले ही वो PRP हो, प्रोलोथेरेपी हो, रेडियो फ्रीक्वेंसी हो, उसके साथ हम पेशेंट को कहते हैं एक्सरसाइज, फिजियोथेरेपी का भी उन्हें जो करना है एग्जैक्टली कितने टाइम के लिए, अपनी स्ट्रेंथनिंग बढ़ाने के लिए। फिर वेट मैनेजमेंट भी हम उस पर भी फोकस करते हैं, क्योंकि देखिए ज़्यादा वेट रहेगा तो जो भी आप कीजिए वो वेट भी काउंटर करेगा आपकी ट्रीटमेंट को। प्लस अगर किसी का मूड ख़राब है तो क्लिनिकल साइकोलॉजिस्ट भी वो डिप्रेशन या लो मूड को दूर करने की कोशिश करते हैं। तो आप समझ रहे हैं, एक पेशेंट की सारी दिक्कतों को हम एक एक तरीके से जोड़ के ठीक करके पेशेंट को बेटर करते हैं फ्रॉम द फाउंडेशन। डॉक्टर साहब, आजकल बहुत ही आपने अच्छा क्वेश्चन पूछा, बिकॉज यंग लोगों को सबको लगता है क्रॉनिक पेन मतलब बुढ़ों की बीमारी या ओल्ड एज की बीमारी, बट ऐसा नहीं होता है। बहुत हमारे पास आ रहे हैं 20-30 ईयर ओल्ड वाले, बट उनके पेन का रीज़न जनरली अलग होता है। आप समझते, जैसे अभी लिगामेंट इंजरी हो गई, ये सॉफ्ट टिश्यूज़ हो गए, उसकी इंजरी हो गई। अब अगर कुछ कंप्लीट टेयर है जो कि पूरा ही उसका ओरिजिन और इंसर्शन से वो टेयर हो गया है, उसमें सर्जरी चाहिए। बट जो पार्शियल टेयर है, जो जो चोटें हैं जिससे भी क्रॉनिक पेन रह जाता है, उसके लिए हम रीजनरेटिव ट्रीटमेंट यूज़ करते हैं, PRP, प्रोलोथेरेपी। फॉर एग्जाम्पल आप ले लीजिए एंकल। अभी एंकल स्प्रेन कितना कॉमन है, कितने लोगों को एंकल स्प्रेन होता है, लेकिन एंकल फ्रैक्चर हुआ तो वो फिक्सेशन हो जाता है। बट एंकल स्प्रेन जो होता है, हम फिजियो लो, क्रेप बैंडेज डालो, बट कुछ लोगों को सालों पेन रह जाता है उसमें। तो उसमें भी हम एग्जैक्टली पता करते हैं कहाँ पे है प्रॉब्लम, वहाँ पे PRP देते हैं, प्रोलोथेरेपी करते हैं एंड गेट देम बेटर। घुटनों की दर्द आम इन लोगों में घुटने का कारण हो रहा है, एक बड़ा रीज़न है हमारा लाइफस्टाइल। हमारा लाइफस्टाइल बहुत बदल रहा है। देखिए, आप लोग ज़्यादा टीवी, कंप्यूटर्स, लैपटॉप सिस्टम के सामने बैठ रहे हैं, एक्सरसाइज कम हो रहा है, लोगों का वज़न ज़्यादा बढ़ रहा है। ये सारा जो फैक्टर्स है ना, ये लाइफस्टाइल, वेट फैक्टर्स, सारे फैक्टर्स कम उम्र से घुटने को घिसने पे मतलब मजबूर कर देते हैं। बिकॉज जो घुटना अदरवाइज 50 या 60 साल में घिसने वाला है, वो जल्दी घिसना शुरू हो जाता है बिकॉज ऑफ ज़्यादा वेट और इम्प्रॉपर प्रैक्टिसेस, इम्प्रॉपर लाइफस्टाइल। तो